ਸਤਿ ਸ਼੍ਰੀ ਅਕਾਲ ਦੋਸਤੋ, ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਡੇ ਇਹਨਾਂ ਸ਼ੋਜ਼ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਐਕਸਪਰਟਸ ਰੂਬਰੂ ਕਰਦੇ ਹਾਂ। ਅੱਜ ਦਾ ਵੀ ਜਿਹੜਾ ਟੌਪਿਕ ਹੈਗਾ, ਅੱਜ ਅਸੀਂ ਉਹਨਾਂ ਕਲਾਇੰਟਸ ਦੇ ਲਈ, ਉਹਨਾਂ ਵਿਊਅਰਸ ਦੇ ਲਈ ਅਸੀਂ ਰੱਖਿਆ ਹੈਗਾ ਜਿਹੜਾ ਕਿ ਆਪਣਾ ਬਿਜ਼ਨਸ ਨੂੰ ਲੈ ਕੇ ਬਾਏ ਕਰਨਾ ਚਾਹੁੰਦੇ ਆ। ਆਪਣਾ ਬਿਜ਼ਨਸ ਕਿਸ ਢੰਗ ਦੇ ਨਾਲ ਤੁਸੀਂ ਬਾਏ ਕਰ ਸਕਦੇ ਹੋ। ਉਸ ਤੋਂ ਇਲਾਵਾ ਟੈਕਸਿਸ ਨੂੰ ਲੈ ਕੇ ਅਗਰ ਅਲਬਰਟਾ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਟੈਕਸਿਸ ਨੇ। ਇੱਕ ਜਿਹੜਾ ਹੈਗਾ ਕੋਈ ਵੀ ਆਪਾਂ ਕੋਈ ਬਿਜ਼ਨਸ ਕਰਨਾ ਚਾਹੁੰਦੇ, ਕੋਈ ਕੰਮਕਾਜ ਕਰਨਾ ਚਾਹੁੰਦੇ, ਉਹਦੇ ਲਈ ਸਾਨੂੰ ਕਿਤੇ ਨਾ ਕਿਤੇ ਅਕਾਊਂਟੈਂਟ ਦੀ ਜ਼ਰੂਰ ਲੋੜ ਪੈਂਦੀ ਹੈ, ਜਿਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਜਿਹੜਾ ਅਸੀਂ ਬਿਜ਼ਨਸ ਬਾਏ ਕਰਨ ਜਾ ਰਹੇ ਹਾਂ ਜਾਂ ਫਿਰ ਅਗਰ ਅਸੀਂ ਕੋਈ ਬਿਜ਼ਨਸ ਸੇਲ ਕਰਨ ਜਾ ਰਹੇ ਹਾਂ ਤਾਂ ਉਹ ਕਿੱਦਾਂ ਸੇਲ ਕੀਤਾ ਜਾ ਸਕਦਾ, ਉਹਦੇ ਵਿੱਚ ਟੈਕਸ, ਉਹਦੇ ਵਿੱਚ ਜਿਹੜਾ ਹੈਗਾ ਇਨਕਮ ਹੈ, ਕੀ ਚੀਜ਼ਾਂ ਨੇ, ਉਹਦੇ ਵਿੱਚ ਕਾਫੀ ਜਿਹੜੀਆਂ ਹੈਗੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ, ਉਹ ਇੱਕ ਐਕਸਪਰਟ ਹੀ ਸਾਨੂੰ ਗਾਈਡ ਕਰ ਸਕਦਾ। ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਨਵਾਈਟ ਕੀਤਾ ਮਿਸਟਰ ਲਵੀ ਗੜਵਾਨੀ ਜੀ ਨੂੰ, ਜਿਹੜੇ ਕਿ ਇੱਕ ਬਹੁਤ ਹੀ ਰਿਪਿਊਟਡ ਅਕਾਊਂਟੈਂਟ ਨੇ। ਕਾਫੀ ਦਰਸ਼ਕਾਂ ਦੇ ਲਈ, ਕਾਫੀ ਗੈਸਟ ਜਿਹੜੇ ਸਾਡੇ ਵਿਊਅਰਸ ਨੇ ਉਹ ਇਹਨਾਂ ਨੂੰ ਜ਼ਰੂਰ ਜਾਣਦੇ ਹੋਣਗੇ। ਇਸ ਤੋਂ ਇਲਾਵਾ ਕਾਫੀ ਜਿਹੜੇ ਹੈਗੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਹੈਲਪ ਦੇ ਚੁੱਕੇ ਨੇ ਅਕਾਊਂਟਿੰਗ ਦੇ ਵਿੱਚ। ਤਾਂ ਲਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ ਜੀ। थैंक यू हनी जी। थैंक यू सो मच सबसे जी। पहले थैंक यू फॉर ऑल द व्यूअर्स जी जो ये शो देख रहे हैं। सबसे पहले उनका वेलकम एंड थैंक यू ਜੀ। ਤਾਂ ਲਵੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਕਾਰੀ ਲੈਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਅਕਾਊਂਟਿੰਗ ਦਾ ਜਿਹੜਾ ਸਫ਼ਰ ਹੈਗਾ, ਤੁਸੀਂ ਇੱਕ ਅਕਾਊਂਟੈਂਟ ਹੋ। ਅਗਰ ਆਪਾਂ ਕੈਨੇਡਾ ਦੀ ਗੱਲ ਕਰੀਏ, ਅਲਬਰਟਾ ਸਟੇਟ ਦੀ ਗੱਲ ਕਰੀਏ, ਤਾਂ ਅਕਾਊਂਟਿੰਗ ਦੇ ਵਿੱਚ ਤੁਹਾਡੀ ਜਿਹੜੀ ਸਰਵਿਸਿਜ਼ ਹੈ, ਕਿਸ ਸਰਵਿਸਿਜ਼ ਦੇ ਵਿੱਚ ਤੁਸੀਂ ਐਕਸਪਰਟ ਹੋ, ਕਿਸ ਤਰ੍ਹਾਂ ਦੀ ਸਰਵਿਸਿਜ਼ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ जी। सर्विसेज में जी हम प्रोवाइड करते हैं फ्रॉम स्टार्टिंग से इनकॉर्पोरेशन कंपनी को लेकर के जी, पेरोल फाइलिंग को लेकर के, जीएसटी फाइलिंग होती है जी, बुक कीपिंग पूरे साल की होती है बिजनेसेस की, स्मॉल मीडियम साइज बिजनेसेस। उसके बाद कॉर्पोरेट टैक्सेस फाइलिंग होती है, वो इंडिविजुअल्स फिर पर्सनल टैक्सेस फाइल करते हैं, हम ये सर्विस प्रोवाइड करते हैं। सीआरए से हम खुद डील करते हैं, कनाडा रेवेन्यू एजेंसी है जो हमारी टैक्सेस की अथॉरिटी है, उनसे हम डील करते हैं कि क्लाइंट को कोई क्वेश्चंस होता है, हम कोशिश करते हैं हम ही क्लाइंट के बिहाफ में उनसे डील करें ताकि क्लाइंट के लिए ईजी हो जाता है, बिकॉज हमें उनकी टेक्निकल टर्म्स पता है तो क्लाइंट को कोई तकलीफ कम होती है जी, कि हमें पता है एग्जैक्टली कैसे उनसे डील करना है। सिमिलरली हम ऑडिट से डील करते हैं, क्योंकि ऑडिट्स तो पार्ट है अकाउंटिंग का जी। तो कभी किसी की ऑडिट आती है या कोई सिनेरियो आती है तो हम उनको हेल्प करते हैं। क्लाइंट, हम डायरेक्टली सीआरए के रिप्रेजेंटेटिव से मिलते हैं, सारे पेपर्स प्रोवाइड करते हैं सो दैट क्लाइंट को तकलीफ बिल्कुल भी ना हो। उन सारा काम हमारे ऊपर होता है जी, विल टेक केयर ऑफ दैट। लाइक जो भी सोर्स ऑफ इनकम, जो बिजनेस है, वो अर्निंग्स है, उसको आपने हैंडल करना है, भी कैसे मैनेज करना है, आपकी इनकम आ रही है या आपने खर्चे हो रहे हैं, आपने सारी चीज़ें आपने मैनेज करनी होती है। बिल्कुल राइट। ਤਾਂ ਦੋਸਤੋ, ਸਾਡੇ ਨਾਲ ਲਵੀ ਗੜਵਾਨੀ ਜੀ ਨੇ ਜਿਹੜੇ ਕਿ ਅਕਾਊਂਟੈਂਟ ਨੇ। ਇੱਕ ਤੁਹਾਨੂੰ ਜਿਹੜੀ ਸਪੈਸ਼ਲ ਦੱਸ ਦੇਣਾ ਚਾਹਨਾ ਕਿ ਸਾਡੇ ਜਿਹੜੇ ਸ਼ੋਜ਼ ਨੇ, ਹਨੀ ਵਾਲੇ ਸ਼ੋਜ਼ ਨੇ, ਇਹਦੇ ਵਿੱਚ ਸਾਡੇ ਨਾਲ ਮਿਸਟਰ ਹੈਰੀ ਵੀ ਸਾਡੇ ਨਾਲ ਸਾਥ ਦਿੰਦੇ ਨੇ। ਜਿਹੜੇ ਕਿ ਮਿਸਟਰ ਹੈਰੀ ਦੇ ਸ਼ੋਜ਼ ਨੇ ਉਹ ਅਸੀਂ ਸਪੈਸ਼ਲੀ ਉਹਨਾਂ ਦਰਸ਼ਕਾਂ ਦੇ ਲਈ ਅਸੀਂ ਜਿਹੜਾ ਹੈਗਾ ਔਨ ਏਅਰ ਕਰਦੇ ਹਾਂ ਜਿਹੜੇ ਕਿ ਇੰਗਲਿਸ਼ ਦੇ ਵਿੱਚ ਸਾਡੇ ਸ਼ੋਜ਼ ਨੂੰ ਦੇਖਣਾ ਚਾਹੁੰਦੇ ਆ। ਤਾਂ ਮਿਸਟਰ ਹੈਰੀ ਜੀ ਦੇ ਸ਼ੋਜ਼ ਦੇ ਨਾਲ ਤੁਸੀਂ ਜੁੜ ਸਕਦੇ ਹੋ। ਸਾਡੇ ਇਹਨਾਂ ਸ਼ੋਜ਼ ਨੂੰ ਅਸੀਂ ਵੱਖਰੀ ਲੈਂਗੁਏਜ ਦੇ ਉੱਤੇ ਕੀਤਾ ਹੈਗਾ ਤਾਂ ਕਿ ਸਾਡੇ ਜਿਹੜੇ ਵਿਊਅਰਸ ਨੇ ਉਹ ਹਰ ਇੱਕ ਲੈਂਗੁਏਜ ਦੇ ਨਾਲ ਕੰਫਰਟੇਬਲ ਜਿਹੜੇ ਹੋਣ, ਤਾਂ ਕਿ ਜਿਹੜਾ ਵੀ ਇਹਨੂੰ ਸਾਡੇ ਕੁਝ ਕਲਾਇੰਟਸ ਨੇ ਜਿਹੜੇ ਹਿੰਦੀ ਦੇ ਵਿੱਚ ਗੱਲਬਾਤ ਕਰਦੇ ਆ ਜਾਂ ਫਿਰ ਕੁਝ ਸਾਡੇ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਨੇ, ਜਾਂ ਫਿਰ ਤੁਹਾਨੂੰ ਜਿਹੜੀ ਹੈਗੀ ਹੈ ਇੰਗਲਿਸ਼ ਦੇ ਵਿੱਚ ਗਾਈਡੈਂਸ ਚਾਹੀਦੀ ਹੈ, ਤਾਂ ਹਰ ਇੱਕ ਲੈਂਗੁਏਜ ਦੇ ਵਿੱਚ ਅਸੀਂ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਦਿੱਤੀ ਜਾਵੇ। ਤਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਸਾਡੇ ਇਹਨਾਂ ਸ਼ੋਜ਼ ਨੂੰ ਲੈ ਕੇ, ਤੁਸੀਂ ਸਵਾਲ ਸਾਨੂੰ ਭੇਜਣਾ ਚਾਹੁੰਦੇ ਹੋ, ਸਾਡੇ ਇਹਨਾਂ ਸ਼ੋਜ਼ ਦੇ ਨੀਚੇ ਸਾਨੂੰ ਕਮੈਂਟ ਕਰ ਸਕਦੇ ਹੋ। ਇਸ ਦੇ ਨਾਲ ਹੀ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਜਾਣਕਾਰੀ, ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਟੌਪਿਕ ਰਹੇਗਾ ਅਕਾਊਂਟਿੰਗ। ਅਕਾਊਂਟੈਂਟ ਬੈਠੇ ਨੇ ਸਾਡੇ ਨਾਲ ਮਿਸਟਰ ਲਵੀ ਗੜਵਾਨੀ। ਅਗਰ ਤੁਸੀਂ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ, ਬਿਜ਼ਨਸ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਟੈਕਸੇਸ਼ਨ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ, ਤੁਸੀਂ ਸਾਨੂੰ ਆਪਣਾ ਕਮੈਂਟ ਕਰੋ ਤਾਂ ਕਿ ਤੁਹਾਡੇ ਸਵਾਲ ਜਿਹੜੇ ਇਸ ਪਲੇਟਫਾਰਮ ਦੇ ਰਾਹੀਂ ਪੁੱਛੇ ਜਾਣ, ਤੁਹਾਨੂੰ ਜਿਹੜਾ ਆਨਸਰ ਦਿੱਤਾ ਜਾਵੇ। ਆਪਣਾ ਫੋਨ ਨੰਬਰ, ਆਪਣਾ ਨਾਮ, ਆਪਣਾ ਕੁਐਸਚਨ ਸਾਨੂੰ ਜ਼ਰੂਰ ਸੈਂਡ ਕਰ ਸਕਦੇ ਹੋ। ਤਾਂ ਲਵੀ ਜੀ, ਅਗਰ ਆਪਾਂ ਬਿਜ਼ਨਸ ਦੀ ਗੱਲ ਕਰੀਏ, ਜਿੱਦਾਂ ਇੱਕ ਗੱਲ ਹੁੰਦੀ ਹੈ ਇੱਥੇ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਹਰ ਇੱਕ ਬੰਦਾ ਕਿਸੇ ਨਾ ਕਿਸੇ ਬਿਜ਼ਨਸ ਦੇ ਵਿੱਚ ਇੱਥੇ ਜੁੜਿਆ ਹੋਇਆ ਹੈ। ਕੋਈ ਜੌਬ ਕਰਦਾ ਤਾਂ ਉਹਨੇ ਸਟੈਂਡ ਬਾਈ ਕੋਈ ਨਾ ਕੋਈ ਬਿਜ਼ਨਸ ਲਿੱਤਾ ਹੋਇਆ, ਕਿਉਂਕਿ ਇੱਕ ਤਰ੍ਹਾਂ ਦੀ ਕਹਿੰਦੇ ਨੇ ਦੋ ਜੌਬਸ ਹੁੰਦੀਆਂ ਨੇ। ਤਾਂ ਬਿਜ਼ਨਸ ਲੈਣ ਦਾ ਜਿਹੜਾ ਇੱਕ ਹੈਗਾ ਇੱਥੇ, ਬਿਜ਼ਨਸ ਦੀ ਅਗਰ ਆਪਾਂ ਗੱਲ ਕਰੀਏ, ਗਰੋਥ ਦੀ ਗੱਲ ਕਰੀਏ ਪਹਿਲਾਂ, ਤਾਂ ਤੁਹਾਨੂੰ ਕੀ ਲੱਗਦਾ ਕਿ ਅਗਰ ਕੋਈ ਬੰਦਾ ਬਿਜ਼ਨਸ ਲੈਂਦਾ ਹੈ ਤਾਂ ਬਿਜ਼ਨਸ ਗਰੋ ਕਰਨਾ ਹੈ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਗਰੋਥ ਚਾਹੀਦੀ ਹੈ, ਬਿਜ਼ਨਸ ਦੇ ਵਿੱਚ ਜ਼ਿਆਦਾ ਗਰੋਥ ਹੁੰਦੀ ਹੈ,
ਬਸ਼ਰਤੇ ਕਿ ਜੌਬ ਦੇ ਵਿੱਚ ਨਹੀਂ ਹੁੰਦੀ। ਤਾਂ ਇੱਕ ਬਿਜ਼ਨਸ ਲੈਣਾ ਕਿਸ ਢੰਗ ਦੇ ਨਾਲ ਲੈਣਾ ਚਾਹੀਦਾ, ਕਿਸ ਤਰ੍ਹਾਂ ਇੱਕ ਬੰਦੇ ਨੂੰ ਕਨਫਰਮ ਹੋਏਗਾ ਵੀ ਯਾਰ ਇਹ ਬਿਜ਼ਨਸ ਮੈਨੂੰ ਗਰੋਥ ਦੇ ਸਕਦਾ, ਜਾਂ ਕੋਈ ਬਿਜ਼ਨਸ ਬਾਏ ਕਰ ਰਿਹਾ, ਕੋਈ ਬਿਜ਼ਨਸ ਬਾਏ ਕੋਈ ਡੀਲ ਚੱਲ ਰਹੀ ਹੈ, ਉਹਨੂੰ ਕਿੱਦਾਂ ਕਨਫਰਮ ਹੋਏਗਾ ਵੀ ਇਹ ਬਿਜ਼ਨਸ ਵਾਕਈ ਰਨਿੰਗ ਦੇ ਵਿੱਚ ਹੈਗਾ, ਕਿਤੇ ਉਹਦੇ ਨਾਲ ਧੋਖਾ ਤਾਂ ਨਹੀਂ ਹੋ ਰਿਹਾ ਵੀ ਉਹ ਬਿਜ਼ਨਸ ਲੌਸ 'ਚ ਹੋਵੇ ਤਾਂ ਉਹ ਦਿਖਾ ਰਿਹਾ ਹੋਵੇ ਵੀ ਬਿਜ਼ਨਸ ਰਨਿੰਗ ਵੀ प्रॉफिट चाहेगा। तो बिजनेस बाय करने दी की टर्म्स होती है जी? सबसे इम्पोर्टेंट जी दो चीजें होती हैं जी। सबसे पहले तो जब जो बिजनेस आप बाय कर रहे हो उसमें आपको खुद की एक्सपीरियंस होनी चाहिए, राइट। क्योंकि अगर आप कुछ बिजनेस बाय कर लो जिसमें आपको कोई भी एक्सपीरियंस ना हो तो आपको बहुत डिफिकल्टी होती है समझने में कि उस बिजनेस को रन कैसे करना है। right. अगर आपने उस फील्ड पे, हम एग्जांपल ले ले, कोई रेस्टोरेंट बाय करना चाहते हैं तो अगर उसने कोई भी रेस्टोरेंट पे काम किया हुआ है तो उसके लिए बहुत इजी है उसको मैनेज करना, बिकॉज उसको इंटरनल एक्सपीरियंस है। जबकि अगर उसको एक्सपीरियंस नहीं तो थोड़ा डिफिकल्ट हो जाता है जी। सेकंड इंपॉर्टेंट चीज है नंबर्स, जहां हमारा रोल आता है कि जब आप किसी बिजनेस को, और अगर कोई बिजनेस किसी से टेक ओवर कर रहे हो, बाय कर रहे हो, तो उसमें उसकी ड्यू डिलिजेंस जिसको हम कहते हैं वो करना बहुत जरूरी है। तो ड्यू डिलिजेंस में हमें देखना पड़ता है कि वाकई में सेल्स वहां है उतने, और खर्चे कितने हैं, अगर हम सारी इनकम और सारे खर्चों के बाद कितने पैसे बचते हैं, क्या वो वर्थ है भी कि नहीं है। क्या अगर हम पूरे साल के टाइम को इन्वेस्ट करके अगर हमें सिर्फ कुछ $1000 बचेंगे तो वो वर्थ नहीं है। हम सिर्फ अपने शौक के लिए बिजनेस कर रहे हैं, फिर हम पैसे के लिए नहीं कर रहे। बट अगर हम पैसे के लिए, बिकॉज हमारा मोटिव मेहनत करने का एट द एंड ऑफ द डे इज टू अर्न मनी, हमें पैसे चाहिए ऑब्वियसली, वो सबका मोटिव है जो सही है। तो क्या वो वर्थ है? क्योंकि अगर आप कोई बिजनेस बाय कर रहे हो तो इन्वेस्ट भी कर रहे हो, इन्वेस्टमेंट भी है कि कभी 100,000 है, कभी 200,000, बहुत पैसे, कभी 500,000, तो क्या वो राइट इन्वेस्टमेंट है, क्या वो सेफ इन्वेस्टमेंट? तो उसकी ड्यू डिलिजेंस करते हैं हम, ये उनको बताते हैं क्लाइंट को कि ये आपकी प्रॉफिट होगी, इतने आपके पैसे बनेंगे, अगर आप इसमें संतुष्ट हो, खुश हो तो आप जरूर ले लें, नहीं तो आप कोई दूसरी अपॉर्चुनिटी। मतलब कि आप बिजनेस बाय करने से पहले ही इतनी, चलो एग्जैक्टली तो कम से कम अप्रोक्सीमेटली तो आप गाइड कर सकते हो भी इतनी आप इनकम इसमें से कर सकते हो। और हम उन्हें एक आइडिया दे देते कि ये आपका ब्रैकेट होगा। ऑब्वियसली ग्रोथ तो है, अब ग्रोथ के बाद उसकी कोई कंट्रोल नहीं, चाहे वो डबल हो जाए या कुछ, बट अगर एक स्टैंडर्ड जो आज चलता आ रहा है बिजनेस, ये भी एक मॉडल देखने वाला होता है। अगर कोई एग्जिस्टिंग बिजनेस बाय कर रहा है जो 3 साल 5 साल से चलते आ रहा है, उस पे उतनी भी ग्रोथ नहीं होगी, एक लिमिटेड ग्रोथ होगी, बिकॉज एक स्टेबलाइज है, एक सैचुरेटेड बिजनेस ऑलरेडी है कि एक कैपेसिटी तक वो पहुंच चुका है, तभी वो सेल हो रहा है। तो आप अपनी मेहनत से उसको थोड़ा और आगे जरूर बढ़ाओगे, बट वो डबल नहीं होगा। तो आपको एक आइडिया है कि दिस इज, ये मेरे साथ होने वाला है एंड मैं इसमें रेडी हूँ। आपका खुद का टाइम एफर्ट इस पे जा रहा है, यू आर हैप्पी टू प्रोसीड। बहुत बार ऐसे होता है, हम क्लाइंट्स को बोलते हैं आप मत बाय करो बिजनेस, इट्स ओके, आप वेट करो, ये आपके लिए नहीं है। और वो चीज उनको समझ में आती है क्योंकि उनका नुकसान नहीं हो रहा है। क्योंकि बहुत बार ऐसा होता है कि 99% तो लोग सुन लेते हैं, कुछ होते हैं उनको लगता है कि दे कैन डू एक्सपेरिमेंट, पर बाद में वो बोलते हैं आपने सही कहा कि मुझे नहीं करना चाहिए, जो क्योंकि एक्सपीरियंस से बता रहे हैं कि पैसे आपके लगने, इन्वेस्टमेंट आपका, टाइम आपका, सारी मेहनत आपकी, मेरा तो सिर्फ काम है बैक एंड में, वो भी टैक्स फाइलिंग का, राइट। बट मेरी जो एडवाइस ये होती है कि मैं अपने आप को उस सिचुएशन में डालकर एडवाइस करता हूँ कि अगर मैं हूं तो ऐसा होगा, तो मुझे पता है वैसा ही होगा, ਰਾਈਟ। ਕਿਉਂਕਿ ਤੁਹਾਨੂੰ ਪਤਾ ਤੁਸੀਂ ਹਰ ਇੱਕ ਬਿਜ਼ਨਸ ਨੂੰ ਡੀਲ ਕਰਦੇ ਹੋ, ਹੈ ਨਾ, ਬਿਜ਼ਨਸ ਦੀ ਜਿਵੇਂ ਕਹਿੰਦੇ ਨੇ ਵੀ ਅਕਾਊਂਟਿੰਗ, ਜਿਵੇਂ ਕਹਿੰਦੇ ਨੇ ਵੀ ਬੈਕਬੋਨ ਤੱਕ ਤੁਸੀਂ ਦੇਖਦੇ ਹੋ ਵੀ ਹਾਂ ਵੀ ਇਹਦੇ ਵਿੱਚ ਕੀ ਹੈ, ਕਿੰਨਾ ਇਹ ਲਾਸ ਦੇ ਵਿੱਚ ਹੈ, ਕਿੰਨਾ ਪ੍ਰੋਫਿਟ ਹੈ, ਤੁਸੀਂ ਅਲੱਗ-ਅਲੱਗ ਬਿਜ਼ਨਸ ਨੂੰ ਜਿਹੜਾ ਹੈਗਾ ਪ੍ਰੂਵ, ਹੈ ਨਾ, ਖੰਗੋਲਦੇ ਹੋ। ਤਾਂ ਦੋਸਤੋ ਬਿਜ਼ਨਸ ਬਾਏ ਕਰਨਾ ਉਹਦੇ ਲਈ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ, ਅਸੀਂ ਦੇਖ ਕੇ ਕਈ ਚੀਜ਼ਾਂ। ਅੱਛਾ ਸਰ ਗੜਵਾਨੀ ਸਾਹਿਬ, ਇਹ ਵੀ ਹੁੰਦਾ ਕਿ ਜਿਵੇਂ ਬਿਜ਼ਨਸ ਦੇਖਣ ਦੇ ਵਿੱਚ ਲੱਗਦਾ ਵੀ ਕੋਈ ਚੀਜ਼ ਹੁੰਦੀ ਹੈ ਵੀ ਦੇਖਣ ਦੇ ਵਿੱਚ ਬੜੀ ਵਧੀਆ ਹੈ, ਦੇਖਦੇ ਆ ਵੀ ਉਹ ਹੁੰਦਾ ਵੀ ਜੀ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸ਼ੋ ਹੋਮ ਦੀ ਗੱਲ ਕਰੀਏ ਵੀ ਦੇਖਣ ਨੂੰ ਬਹੁਤ ਸੋਹਣਾ ਹੁੰਦਾ, ਵਿੱਚੋਂ ਕੁਝ ਹੋਰ ਨਿਕਲਦਾ, ਕੀ ਇਦਾਂ ਦੀ ਐਕਚੁਅਲ ਚੀਜ਼ਾਂ ਹੁੰਦੀਆਂ ਨੇ? ਕਿਉਂਕਿ ਕਾਫੀ ਜਿੱਦਾਂ ਤੁਸੀਂ, ਮੈਂ ਐਗਰੀ, ਜਦੋਂ ਤੁਸੀਂ ਕਿਹਾ ਵੀ ਕਲਾਇੰਟ ਕਹਿੰਦਾ, ਜਿਹੜਾ ਤੁਹਾਡਾ ਕੋਈ ਕਲਾਇੰਟ ਆਉਂਦਾ ਉਹ ਕਹਿੰਦਾ ਵੀ ਮੈਂ ਤਾਂ ਯਾਰ ਇਹ ਬਿਜ਼ਨਸ ਲੈਣਾ ਹੀ ਲੈਣਾ, ਮੈਨੂੰ ਤਾਂ ਰਨਿੰਗ ਬਹੁਤ ਵਧੀਆ ਲੱਗਦਾ ਪਿਆ, ਲੇਕਿਨ ਜਦੋਂ ਤੁਸੀਂ ਉਹਦੇ ਅਕਾਊਂਟਸ ਦੇ ਵਿੱਚ ਜਾਂਦੇ ਹੋ ਤੁਸੀਂ ਦੇਖਦੇ ਹੋ ਯਾਰ ਇਹਦੇ ਵਿੱਚ ਤਾਂ ਬੜੀਆਂ नेगेटिव चीज़ां ने, ये लॉन्ग टर्म ਦੇ ਤੁਹਾਨੂੰ नुकसान करेगा, ये चीज़ां ਹੁੰਦੀਆਂ ਨੇ कुछ? बिल्कुल जी, बहुत होती है जी, क्योंकि बहुत बार ऐसा होता है कि जो बाहर से दिखता है वो रियलिटी नहीं होती है जी, कि बिजनेस बहुत ही अच्छा दिख रहा है, बहुत प्रॉफिटेबल दिख रहा है। क्योंकि एक चीज हमें ये भी जाननी होती है कि अगर वो बिजनेस वाकई बहुत प्रॉफिटेबल है तो वो क्यों बेचे, वो तो सेल होने नहीं चाहिए, क्योंकि जब उसके पैसे बन ही रहे तो वाई इज सेलिंग अनटिल अनलेस कोई सामने कोई ऐसी सिचुएशन आ गई है, कंडीशन है तो ठीक है, मगर वरना आप खुद और मैं खुद अपनी सिचुएशन में आ जाए, अगर मेरी बिजनेस कोई पैसे बना रहा है अच्छा चल रहा है तो मैं क्यों बेचूंगा, मैं किसी को हायर करके
मैं पैसे बनाऊंगा, Right. तो जरूर उसमें कोई नेगेटिव पॉइंट है जी। वो नेगेटिव पॉइंट फाइंड करके बताना कि शायद वो नेगेटिव किसी के लिए पॉजिटिव हो सकता है, राइट, ऐसा नहीं हो बिजनेस खराब होगा, Right. बट वो नेगेटिव पॉइंट बाहर निकालना हमारा काम है, उनको बताना जी। कि एग्जाम्पल बता सकते किसी कोई लोकेशन का रेंट बहुत ज्यादा है, Right. वो मेन पार्ट। अब वो रेंट क्या ये बिजनेस अफोर्ड कर सकता है, अगर वो नहीं कर सकता तो हमारा काम बताना है बहुत ज्यादा ये सस्टेन नहीं करेगा, आप उसको देखें, अगर आपके लिए बेनिफिशियल है टैक्स प्लानिंग करें, उसके बाद ये डिसाइड करें लेना। ਰਾਈਟ, ਬਿਲਕੁਲ। ਤਾਂ ਦੋਸਤੋ ਗੱਲਬਾਤ ਕਰ ਰਹੇ ਹਾਂ ਲਵੀ ਗੜਵਾਨੀ ਜੀ, ਜਿਹੜੇ ਕਿ ਇੱਕ ਅੱਛੇ ਜਿਹੜੇ ਇੱਕ ਰਿਨੋਨਡ ਅਕਾਊਂਟੈਂਟ ਨੇ, ਤੇ ਗੱਲਬਾਤ ਜਿਹੜੀ ਹੈਗੀ ਹੈ ਟੈਕਸਸ ਦੇ ਉੱਤੇ ਵੀ ਕਰਾਂਗੇ, ਜਿੱਦਾਂ ਕਿ ਸਾਡੇ ਟੈਕਸਸ ਨੂੰ ਲੈ ਕੇ ਵੀ ਸਾਡੇ ਸ਼ੋਜ਼ ਤੁਸੀਂ ਤਾਂ ਆਲਰੇਡੀ ਦੇਖ ਚੁੱਕੇ ਹੋ। ਤਾਂ ਸਾਡੇ ਦਰਸ਼ਕਾਂ ਦੀ ਡਿਮਾਂਡ ਸੀਗੀ, ਕਿਉਂਕਿ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਜੋ ਤੁਸੀਂ ਪੁੱਛ ਰਹੇ ਹੋ ਸਾਨੂੰ, ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਹੈਗੀ, ਘਰੇ ਬੈਠੇ ਬਿਠਾਇਆ ਅਸੀਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣ ਦੇ ਵਚਨਬੱਧ ਹੈਗੇ ਹਾਂ ਕਿ ਤੁਹਾਨੂੰ ਅਸੀਂ ਚਾਹੇ ਰੀਅਲ estate ਦੀ ਗੱਲ ਕਰ ਲਈਏ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੀ ਲੈ ਕੇ ਗੱਲ ਕਰ ਲਈਏ ਜਾਂ ਘਰਾਂ ਦੇ ਇੰਟੀਰੀਅਰ ਡੈਕੋਰੇਸ਼ਨਸ ਦੀ ਗੱਲ ਕਰ ਲਈਏ, ਕਿਸੇ ਵੀ ਤਰ੍ਹਾਂ ਦੀ ਫਲੋਰਿੰਗ ਨੂੰ ਲੈ ਕੇ ਗੱਲ ਕਰ ਲਈਏ ਜਾਂ ਫਿਰ ਅਕਾਊਂਟਿੰਗ ਨੂੰ ਲੈ ਕੇ ਗੱਲ ਕਰ ਲਈਏ, ਤਾਂ ਸਾਡੇ ਐਕਸਪਰਟ ਇਸ ਪਲੇਟਫਾਰਮ ਦੇ ਆ ਕੇ ਤੁਹਾਨੂੰ ਜਾਣਕਾਰੀ ਦਿੰਦੇ ਰਹਿਣਗੇ। ਤੁਹਾਡੇ ਸਵਾਲਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਸਾਨੂੰ ਤੁਸੀਂ ਆ ਕੇ ਨੀਚੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਡਾ ਇਹ ਸ਼ੋਅ ਕਿੱਦਾਂ ਦਾ ਲੱਗਿਆ, ਤਾਂ ਕਿ ਸਾਨੂੰ ਕਹਿੰਦੇ ਨੇ ਵੀ ਜਿਵੇਂ ਉਹ ਤਾੜੀਆਂ ਵਾਲੀ ਗੱਲ ਹੈ ਵੀ ਸਾਨੂੰ ਤੁਸੀਂ ਤਾੜੀਆਂ ਮਾਰੋਗੇ ਸਾਨੂੰ ਸੁਣਨਗੀਆਂ ਜ਼ਰੂਰ ਇੱਥੇ, ਲੇਕਿਨ ਜੇਕਰ ਤੁਸੀਂ ਕਮੈਂਟ ਕਰੋਗੇ ਤਾਂ ਸਾਨੂੰ ਪਤਾ ਲੱਗੇਗਾ ਵੀ ਤੁਹਾਨੂੰ ਇਸ ਚੀਜ਼ ਦੀ ਹੋਰ ਰਿਕੁਆਇਰਮੈਂਟ ਹੈਗੀ ਹੈ। ਤੁਸੀਂ ਕਿਸੇ ਬਿਜ਼ਨਸ ਦੇ ਨਾਲ ਐਸੋਸੀਏਟ ਹੋ, ਤੁਸੀਂ ਕੋਈ ਆਪਣੇ ਬਿਜ਼ਨਸ ਦੇ ਬਾਰੇ ਵਿੱਚ ਸਾਡੇ ਵਿਊਅਰਸ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਹਾਡਾ ਵੈਲਕਮ ਕਰਦੇ ਹਾਂ। ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਨੀ ਵਾਲੀਆ ਸ਼ੋਜ਼ ਦੇ ਦੌਰਾਨ ਆ ਕੇ, ਤੁਸੀਂ ਆਪਣੇ ਸ਼ੋਜ਼ ਦੇ ਆਪਣੇ ਜਿਹੜੇ ਬਿਜ਼ਨਸ ਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਤੱਕ, ਸਾਡੇ ਵਿਊਅਰਸ ਤੱਕ ਪਹੁੰਚਾ ਸਕਦੇ ਹੋ। ਸਪੈਸ਼ਲੀ ਸਾਡੀ ਜਿਹੜੀ ਇਹਨਾਂ ਸ਼ੋਜ਼ ਨੂੰ ਟਾਰਗੇਟ ਕੀਤਾ ਗਿਆ ਅਲਬਰਟਾ ਦੀ ਆਡੀਅנס ਨੂੰ ਟਾਰਗੇਟ ਕੀਤਾ ਗਿਆ, ਕੈਲਗਰੀ ਨੂੰ ਲੈ ਕੇ, ਐਡਮਿੰਟਨ ਨੂੰ ਲੈ ਕੇ ਟਾਰਗੇਟ ਕੀਤਾ ਗਿਆ, ਤਾਂ ਕਿ ਤੁਹਾਨੂੰ ਜਿਹੜਾ ਹੈਗਾ ਘਰੇ ਬੈਠੇ ਬਿਠਾਏ ਅਸੀਂ ਜਿਹੜੀ ਕਿ ਇਨਫੋਰਮੇਸ਼ਨ ਦੇ ਸਕੀਏ ਕਿ ਕਿਸ ਢੰਗ ਦੇ ਨਾਲ ਜਿਹੜੀ ਹੈਗੀ ਤੁਸੀਂ ਰੋਜ਼ਮਰਾ ਦੀ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਹੈਗੀਆਂ ਨੇ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਘਰ ਨੂੰ ਲੈ ਕੇ। ਉਸ ਦੇ ਲਈ ਤੁਸੀਂ ਕੀ ਕਰਨਾ ਹੈਗਾ, ਸਾਡਾ YouTube ਚੈਨਲ ਹੈਗਾ ਹਨੀ ਵਾਲੀਆ ਸ਼ੋਜ਼, ਉਹਨੂੰ ਤੁਸੀਂ ਸਬਸਕ੍ਰਾਈਬ ਕਰਨਾ, ਬੈਲ ਦਾ ਬਟਨ ਦਬਾਓ, ਤਾਂ ਕਿ ਰੋਜ਼ ਸਾਡੇ ਵੀਡੀਓਜ਼ ਪੈਂਦੇ ਨੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸੀਂ ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰਦੇ ਹਾਂ। ਤੁਹਾਡੇ ਉਸ ਤੋਂ ਇਲਾਵਾ ਸਾਡਾ ਫੇਸਬੁੱਕ ਪੇਜ ਹੈਗਾ ਹਨੀ ਵਾਲੀਆ ਸ਼ੋਜ਼ ਦੇ ਨਾਂ ਦਾ, ਉਹਨੂੰ ਤੁਸੀਂ ਲਾਈਕ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਇਸ ਤੋਂ ਇਲਾਵਾ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ, ਸਾਨੂੰ ਸਾਡੇ ਤੱਕ ਪਹੁੰਚਾ ਸਕਦੇ ਹੋ ਕਿ ਤੁਹਾਡਾ ਸਵਾਲ ਕੀ ਹੈਗਾ, ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰ ਸਕਦੇ ਹੋ, ਕਿਸ ਤਰ੍ਹਾਂ ਦੀ ਪ੍ਰੋਪਰਟੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਬਾਏ ਜਾਂ ਸੈਲ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦੇ ਵੀਜ਼ਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ। ਟੈਕਸਸ ਦੇ ਉੱਤੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਐਕਸਪਰਟ ਬੈਠੇ ਨੇ ਮਿਸਟਰ ਲਵੀ ਗੜਵਾਨੀ ਜੀ। ਤਾਂ ਬਿਜ਼ਨਸ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਬਿਜ਼ਨਸ ਬਾਏ ਔਰ ਸੈਲ ਕਰਨ ਦੀ ਜਿਹੜੀ ਹੈਗੀ ਹੈ, ਕਿਸ ਢੰਗ ਦੇ ਨਾਲ ਸਾਨੂੰ ਬਾਏ ਕਰਨਾ ਚਾਹੀਦਾ। ਹਰ ਇੱਕ ਚਾਹੁੰਦਾ ਵੀ ਮੈਂ ਗਰੋ ਕਰਨਾ ਚਾਹੁੰਦਾ। ਅਸੀਂ ਦੂਰੋਂ ਦੁਰਾਡੇ ਆਏ ਹਾਂ, ਇਹਨਾਂ ਕੰਟਰੀਜ਼ ਦੇ ਵਿੱਚ ਆਏ ਹਾਂ, ਅਸੀਂ ਕਿਤੇ ਨਾ ਕਿਤੇ ਅੱਜ ਜੌਬ ਕਰ ਰਹੇ ਹਾਂ, ਅਸੀਂ ਸੋਚ ਰਹੇ ਹਾਂ ਵੀ ਅਸੀਂ ਕੱਲ੍ਹ ਨੂੰ ਬਿਜ਼ਨਸ ਕਰਨਾ, ਸਾਨੂੰ ਕੋਈ ਬਿਜ਼ਨਸ ਦੇਖਣ ਦੇ ਵਿੱਚ ਵਧੀਆ ਲੱਗਿਆ, ਅਸੀਂ ਬਿਜ਼ਨਸ ਨੂੰ ਜਿਹੜਾ ਹੈਗਾ ਬਾਏ ਕਰਨਾ ਚਾਹੁੰਦੇ ਹਾਂ। ਅੱਛਾ ਸਰ, ਬਿਜ਼ਨਸ ਦੀ ਅਗਰ ਆਪਾਂ ਇੱਥੇ ਗੱਲ ਕਰੀਏ, ਆਮ ਜਿਹੜੀ ਸਾਡੀ ਇੱਕ ਅਸੀਂ ਇੱਥੇ ਬੈਠੇ ਹਾਂ, ਤਾਂ ਬਿਜ਼ਨਸ ਦੀ ਜਿਹੜੀ ਇੱਕ ਲੈਵਲ ਹੁੰਦਾ ਕਿ ਫਾਈਨੈਂਸ਼ੀਅਲ ਕੰਡੀਸ਼ਨ ਦੀ ਗੱਲ ਕਰੀਏ, ਐਵਰੇਜ ਜੇਕਰ ਕੋਈ ਬੰਦਾ ਬੈਠਾ ਹੈਗਾ, ਸ਼ਾਇਦ ਸਾਡੇ ਸ਼ੋਅ ਨੂੰ ਦੇਖ ਕੇ ਉਹ ਸੋਚਦਾ ਵੀ ਸ਼ਾਇਦ ਮੈਂ ਵੀ ਕੋਈ ਬਿਜ਼ਨਸ ਕਰਨਾ ਚਾਹੁੰਦਾ, ਤਾਂ ਐਵਰੇਜ ਕਾਸਟ ਗੱਲ ਕਰੀਏ, ਬਿਜ਼ਨਸ ਦੀ ਕਾਸਟ ਦੀ ਗੱਲ ਕਰੀਏ, ਕਿੱਥੇ ਤੱਕ ਸੋਚ ਸਕਦਾ ਵੀ ਅਗਰ ਮੈਂ ਬਿਜ਼ਨਸ ਕਰਨਾ ਚਾਹੁੰਦਾ ਤੇ ਮੈਂ ਸੋਚਿਆ ਵੀ ਮੈਨੂੰ ਇੰਨਾ ਕੁ ਪੈਸਾ ਲਗਾਉਣਾ ਪਏਗਾ ਕਿ ਮੇਰਾ ਬਿਜ਼ਨਸ ਸਟਾਰਟ ਕਰ ਸਕਦਾ। ਬਿਜ਼ਨਸ ਬਹੁਤ ਵੱਡੇ ਵੀ ਹੁੰਦੇ ਨੇ, ਛੋਟੇ ਵੀ ਹੁੰਦੇ ਨੇ, ਇੱਕ ਐਵਰੇਜ ਗੱਲ ਕਰੀਏ ਕਿ ਐਵਰੇਜ ਬੰਦਾ ਜਿਹੜਾ ਹੈਗਾ ਕਿੰਨੇ ਕੁ ਤੋਂ ਬਿਜ਼ਨਸ ਸਟਾर्ट कर सकता है? जी एवरेज खुद के पास अगर कैपिटल हो तो एटलीस्ट 60,000 to 100,000 होनी चाहिए कैपिटल। जस्ट क्योंकि हमें बैंक से फाइनेंसिंग तो मिल जाती है बिल्कुल, बट 60 to 100,000 होनी इसलिए चाहिए क्योंकि हमारे पास बिजनेस का बैकअप होना चाहिए। क्योंकि अगर हम बिजनेस स्टार्ट कर रहे हैं तो हमारी प्लानिंग होनी चाहिए कि पहले 6 मंथ्स तक कोई रेवेन्यू नहीं आएगी। वो फर्स्ट 6 मंथ्स हम सिर्फ उसको टेस्टिंग कर रहे हैं, एक्सपेरिमेंट करेंगे, हम एडवर्टाइजिंग करेंगे। सिर्फ बाय तक ही नहीं सीमित है भी मैं बाय कर लिया चलो 60,000 ਦਾ ਜਾਂ 1 ਲੱਖ ਦਾ ਜਿੰਨਾ ਵੀ ਹੈਗਾ मैं बाय कर लिया, ਉਸ ਤੋਂ ਬਾਅਦ ਮੈਨੂੰ ਇਨਕਮ ਆਣੀ 6 ਮਹੀਨੇ ਘੱਟੋ ਘੱਟ बैकअप लेना जरूरी है। बैकअप प्लान होना चाहिए क्योंकि देखिए जैसे आज की सिचुएशन में, जैसे कि अभी पूरे वर्ल्ड में कोविड-19 की सिचुएशन आ गई है, अब जिसके पास बैकअप का प्लान है, पैसे है, दे कैन सर्वाइव जी, क्योंकि ये सिचुएशन किसी के हाथ में नहीं थी, राइट। तो वैसे ही हर बिजनेस में जरूर पैसे आना तो फर्स्ट डे से शुरू हो जाते हैं, बट प्रॉफिट के लिए आपको 6 मंथ्स टू अ ईयर वेट करना पड़ता है। तो बैकअप होने से आपके पास एक एक्सेस होता है फंड्स का कि कल अगर आपको एडवर्टाइजिंग ज्यादा करनी है, आपको सोचने की जरूरत नहीं है, बिकॉज आप फुल फ्लेजेड कर सकते हैं जी, राइट। तो दैट इज इंपॉर्टेंट कि बैकअप प्लान 6 मंथ्स का बैकअप प्लान होना चाहिए।
ਰਾਈਟ। ਤਾਂ ਦੋਸਤੋ ਸਾਨੂੰ ਜਿਹੜਾ ਹੈਗਾ ਇਹ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕਿ ਸਾਨੂੰ ਜਿਹੜਾ ਹੈਗਾ ਪੈਸਾ ਅਸੀਂ ਲੈ ਰਹੇ ਹਾਂ ਬਿਜ਼ਨਸ ਦੇ ਉੱਤੇ ਲਾ ਰਹੇ ਹਾਂ, ਉਸ ਤੋਂ ਇਲਾਵਾ ਸਾਨੂੰ ਬੈਕਅਪ ਵੀ ਲੈਣਾ ਜ਼ਰੂਰੀ ਹੈ ਕਿ ਇੰਨੀ ਦੇਰ ਅਗਰ ਮੰਨ ਲਓ ਇਨ ਕੇਸ ਕੋਈ ਵੀ ਸਾਨੂੰ ਆ ਜਾਂਦੀ ਤਾਂ 2 4 5 6 ਮਹੀਨੇ ਸਾਡੇ ਕੋਲੇ ਬੈਕਅਪ ਹੋਣਾ ਚਾਹੀਦਾ ਕਿ ਅਗਰ ਸਾਨੂੰ ਸਾਡੇ ਬਿਜ਼ਨਸ ਨੂੰ ਹੋਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਹਦੇ ਤੇ ਲਾ ਸਕੀਏ। ਅੱਛਾ ਸਰ, ਬਿਜ਼ਨਸ ਬਾਏ ਕਰਨ ਲਈ ਮੰਨ ਲਓ ਸਪੋਜ਼ ਕਿਸੇ ਨੇ ਬਾਏ ਕਰਨਾ ਜਾਂ ਸੈਲ ਕਰਨਾ, ਉਹਦੇ ਵਿੱਚ ਤੁਸੀਂ ਵੀ ਹੈਲਪ ਕਰ ਸਕਦੇ ਹੋ। ਲਾਈਕ ਕਿਸੇ ਨੂੰ ਬਿਜ਼ਨਸ ਦੇ ਬਾਰੇ ਨਹੀਂ ਪਤਾ, ਸ਼ਾਇਦ ਤੁਹਾਡੇ ਕੋਲੇ ਸੈਲਰਸ ਵੀ ਆਉਂਦੇ ਹੋਣਗੇ, ਤੁਹਾਡੇ ਕੋਲੇ ਬਾਇਰਸ ਵੀ ਆਉਂਦੇ ਹੋਣਗੇ ਨੈਚੁਰਲ, ਤਾਂ ਕੀ ਤੁਸੀਂ ਗਾਈਡ ਕਰ ਸਕਦੇ ਹੋ ਵੀ ਇਹ ਬਿਜ਼ਨਸ ਲੈ ਲਓ ਜਾਂ ਇਸ ਤਰ੍ਹਾਂ ਦਾ ਬਿਜ਼ਨਸ ਲੈ ਲਓ ਜਾਂ ਇਹ ਨਹੀਂ ਲੈਣਾ ਚਾਹੀਦਾ? ਕਿਸੇ ਨੇ ਅਗਰ ਲੈਣਾ ਬਿਜ਼ਨਸ ਤਾਂ ਐਟ ਪ੍ਰੈਜ਼ੈਂਟ ਤੁਹਾਡੇ ਕੋਲੇ ਕੁਝ ਐਦਾਂ ਦੇ ਬਿਜ਼ਨਸ ਅਵੇਲੇਬਲ ਹੁੰਦੇ ਨੇ ਤੁਹਾਡੇ कोल? जी मेनली बिजनेसेस मेरे पास ऐसे तो कम अवेलेबल होते हैं, हम खुद रियल स्टेट्स वाले को रेकमेंड कर देते हैं बिकॉज वो रेकमेंड देते हैं, बिजनेसेस सेल बताते हैं हम उसमें। जब बायर इंटरेस्टेड होते हैं तो हम उनकी नंबर्स को वेरीफाई करते हैं कि हाँ ये प्राइस के हिसाब से ये बिजनेस बिल्कुल ही सही है। अगर प्राइस के हिसाब से बिजनेस वैल्यूएशन है तो हम उनको रेकमेंड करते हैं बाय कर देने के लिए। ਰਾਈਟ, ਬਿਲਕੁਲ। ਤਾਂ ਦੋਸਤੋ ਬਿਜ਼ਨਸ ਦੇ ਉੱਤੇ ਆਪਾਂ ਬਿਜ਼ਨਸ ਦੇ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਹੈਗੀ ਹੈ ਨਾ। ਅੱਛਾ ਸਰ, ਇਸ ਤੋਂ ਇਲਾਵਾ ਜਿਹੜੀ ਬਿਜ਼ਨਸ ਨੂੰ ਐਸਟੈਬਲਿਸ਼ ਕਰਨਾ, ਆਪਾਂ ਬਿਜ਼ਨਸ ਬਾਏ ਕਰ ਲਿਆ, ਕਿਸੇ ਨੇ ਵੀ ਬਿਜ਼ਨਸ ਲੈ ਲਿਆ ਹੋਇਆ, ਤਾਂ ਉਹਦੇ ਵਿੱਚ ਇੱਥੇ ਅਗਰ ਆਪਾਂ ਗੱਲ ਕਰੀਏ ਕੈਨੇਡਾ ਐਲਬਰਟਾ ਦੀ ਗੱਲ ਕਰੀਏ ਤਾਂ ਰਜਿਸਟ੍ਰੇਸ਼ਨ ਹੁੰਦੀ ਹੈ ਕਿ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਉਹ ਇੱਥੇ ਕਿਸ ਟਰਮਸ ਦੇ ਵਿੱਚ ਹੋਣੀ ਬੈਟਰ ਆਪਸ਼ਨਸ ਨੇ? ਲਾਈਕ ਕੋਈ ਪ੍ਰੋਪਰਾਈਟਰ ਬਣਨਾ ਚਾਹੁੰਦਾ ਹੈ, ਕੋਈ ਲਾਈਕ ਡਾਇਰੈਕਟਰਸ਼ਿਪ ਚਾਹਣਾ ਚਾਹੁੰਦੇ ਨੇ, ਕੋਈ ਇਨਕੋਰਪੋਰੇਟ ਕਰਨਾ ਚਾਹੁੰਦੇ ਨੇ, ਇਨਕੋਰਪੋਰੇਸ਼ਨ ਦੇ ਵਿੱਚ ਕਰਨਾ ਚਾਹੁੰਦੇ ਨੇ, ਤਾਂ ਤੁਸੀਂ ਕੀ ਪ੍ਰੈਫਰ ਕਰਦੇ ਹੋ ਕਿ ਇੱਕ ਜਿਹੜਾ ਇੱਕ ਬਿਜ਼ਨਸ ਨੂੰ ਸਿਕਿਉਰ ਵੀ ਹੋਵੇ ਤਾਂ ਕਿਸ ਤਰ੍ਹਾਂ ਦੇ ਨਾਲ ਉਹ ਰਜਿਸਟਰਡ करे अपना बिजनेस? बिजनेस रजिस्ट्रेशन जैसे आपने कहा कि सोल प्रोप्राइटरशिप भी होता है, इनकॉर्पोरेशन भी होती है, पार्टनरशिप भी होती है। इनकॉर्पोरेशन रेकमेंड होती है क्योंकि इनकॉर्पोरेशन में बहुत लिमिटेड होती है लाइबिलिटी। क्योंकि अगर आप कोई बिजनेस करने जा रहे हो तो इनकॉर्पोरेशन की फाइलिंग सेपरेट होती है, उसकी टैक्स ब्रैकेट सेपरेट होती है और उस पे आपकी पर्सनल लाइबिलिटीज बहुत कम होती है। क्योंकि सोल प्रोप्राइटरशिप में आपकी पूरी 100% लाइबिलिटी होती है। तो डिपेंडिंग कौन सा बिजनेस है, सोल प्रोप्राइटरशिप कोई कॉन्ट्रैक्टर्स होता है तो उनको रेकमेंडेड होता है कि ठीक है वो सोल प्रोप्राइटरशिप कर ले, बट बिजनेसेस जो बाय कर रहे हैं चाहे वो किसी तरीका का बिजनेस हो उसको इनकॉर्पोरेट कराना चाहिए। हम इनकॉर्पोरेशन में भी हेल्प करते हैं फ्रॉम स्टार्टिंग की कैसे इनकॉर्पोरेट होना चाहिए, क्या होना चाहिए, बिकॉज ये बहुत ही इंपॉर्टेंट है। क्योंकि अगर आपकी बिजनेस इनकॉर्पोरेशन, शेयर स्ट्रक्चर ये सब अगर ठीक से नहीं हुआ है इनिशियली, आगे जाके काफी तकलीफ करती है। स्पेशली जब पार्टनर्स इन्वॉल्व है तो स्टार्टिंग से ही उसमें सारे डॉक्यूमेंट होके अग्रीमेंट बन के प्रोसीड करे, हमेशा हेल्पफुल होता है। ਰਾਈਟ। ਤਾਂ ਦੋਸਤੋ ਸਾਡੇ ਨਾਲ ਜੁੜੇ ਹੋਏ ਨੇ ਲਵੀ ਗੜਵਾਨੀ ਜੀ। ਤਾਂ ਸਭ ਤੋਂ ਵੱਡਾ ਇੱਕ ਟੌਪਿਕ ਹੁਣ ਮੈਂ ਛੂਹਣ ਲੱਗਿਆ ਕਿ ਕੋਵਿਡ-19 ਦਾ। ਕੋਵਿਡ-19 ਦੇ ਚੱਲਦਿਆਂ ਹੋਇਆਂ ਕੈਨੇਡਾ ਗਵਰਨਮੈਂਟ ਨੇ ਜਿਹੜੇ ਹੈਗੇ ਨੇ ਕੈਨੇਡਾ ਦੇ ਵਾਸੀਆਂ ਨੂੰ ਬਹੁਤ ਆਪਸ਼ਨਸ ਦਿੱਤੀਆਂ ਨੇ ਬਿਜ਼ਨਸਮੈਨ ਦੇ ਲਈ। ਕੋਵਿਡ ਦੇ ਦੌਰਾਨ ਕੈਨੇਡਾ ਗਵਰਨਮੈਂਟ ਵੱਲੋਂ ਜਾਂ ਐਲਬਰਟਾ ਗਵਰਨਮੈਂਟ ਵੱਲੋਂ ਕੀ बेस्ट ऑप्शंस की अच्छी ऑप्शंस दी गई हैं राइट नाउ? फर्स्ट ऑफ ऑल तो ऐसे कि हम शुक्रगुजार है कि हम कनाडा में हैं क्योंकि कैनेडियन गवर्नमेंट ने बहुत ही ज़्यादा सपोर्ट किया है बिजनेसेस को भी और इंडिविजुअल को भी। हर बिजनेसेस को जो क्वालिफाई कर रहे हैं, जिनका पेरोल रजिस्टर्ड है 20,000 एंड अबव, और अभी उन्होंने रूल भी चेंज किया है कि पेरोल नहीं भी है बट अगर बिजनेस के एक्सपेंसेस है सबको 40,000 का लोन दे रहे हैं, इंटरेस्ट फ्री लोन दे रहे हैं 3 साल के लिए, विच इज वेरी बिग थिंग। क्योंकि वो सपोर्ट कर रहे हैं, वो चाहते हैं कि वो बिजनेस में सर्वाइव करे और वो ड्रॉप ना करे। तो बिजनेस की तरफ वो सपोर्ट कर रहे हैं, रेंट पे रिडक्शंस दे रहे हैं। अगर आपकी रेवेन्यू डाउन है 70% से तो आपको 75% रिडक्शन है रेंट पे, जो बहुत, क्योंकि मेजर कॉस्ट आपका रेंट है, अगर वो भी कवर कर रहे, वेज सब्सिडी को कवर कर रहे हैं, अगर आप वो आपको फोर्स कर रहे हैं, इंसिस्ट कर रहे हैं कि आप एम्प्लॉइज हायर करो, 75% हम पे करेंगे एम्प्लॉइज का। अगर गवर्नमेंट 75% पे करी, आपके लिए 25% में एम्प्लॉय रखना तो कोई बात नहीं, आपका कॉस्ट तो बहुत ही कम हो गया। अगर आपकी रेवेन्यू कम हो गई तो फिर खर्चे भी कम हो गए। इस बहुत ही ज्यादा सपोर्ट है गवर्नमेंट का। इंडिविजुअल्स को उन्होंने बेनिफिट दिया $2,000 अ मंथ अगर वो काम नहीं कर रहे हैं और उनको जॉब से कोविड-19 की वजह से निकाला गया है या ले ऑफ दिया गया है। 2,000 अ मंथ अगर एक इंडिविजुअल को घर पे मिल रहा है और आपकी मॉर्गेज डेफर है, एटलीस्ट दे आर सर्वाइविंग। उनको बीच पर नहीं छोड़ दिया कि आप अपना खुद मैनेज करो। और 4 मंथ्स इंडिविजुअल को दे रहे हैं, फैमिली में 2 लोग हैं तो फैमिली सर्वाइव कर रही है। दे हैव सपोर्टेड अ लॉट, बहुत ही सपोर्ट किया गया है हमारी सिचुएशन में। ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਕੈਨੇਡਾ ਗਵਰਨਮੈਂਟ ਦਾ। ਅਸੀਂ ਸਾਰੇ ਇਸ ਪਲੇਟਫਾਰਮ ਦੇ ਰਾਹੀਂ ਸਾਡੀ ਟੀਮ ਵੱਲੋਂ ਵੀ ਅਸੀਂ ਧੰਨਵਾਦੀ ਹਾਂ ਕਿ ਕੈਨੇਡਾ ਗਵਰਨਮੈਂਟ ਨੇ ਜਿਹੜੇ ਕੈਨੇਡਾ ਵਾਸੀਆਂ ਦੇ ਲਈ ਇੰਨੀ ਜਿਹੜੀ ਹੈਗੀਆਂ ਨੇ ਐਫਰਟਸ ਕੀਤੀਆਂ ਨੇ। ਮੈਨੂੰ ਲੱਗਦਾ
ਲੱਗਦਾ ਨਹੀਂ ਕਿ ਸ਼ਾਇਦ ਹੀ ਕਿਸੇ ਕੰਟਰੀ ਦੀ ਗਵਰਨਮੈਂਟ ਨੇ ਕੀਤਾ ਹੋਵੇ, ਤਾਂ ਅਸੀਂ ਧੰਨਵਾਦੀ ਹਾਂ। ਦਰਸ਼ਕਾਂ ਦੇ ਵਿਆਹ ਤੇ ਵੀ ਅਸੀਂ ਸਾਰੇ ਜਿਹੜੇ ਹੈਗੇ ਨੇ ਕੈਨੇਡਾ ਦੀ ਗਵਰਨਮੈਂਟ ਨੂੰ ਜਿਹੜਾ ਹੈਗਾ ਅਸੀਂ ਧੰਨਵਾਦ ਦਿੰਦੇ ਹਾਂ। ਤਾਂ ਇਹਦੇ ਨਾਲ ਹੀ ਅਗਰ ਆਪਾਂ ਟੈਕਸਿਸ ਦੀ ਗੱਲ ਕਰੀਏ, ਸਾਡੇ ਕੋਲ 2-3 ਮਿੰਟ ਦਾ ਸਮਾਂ ਹੈਗਾ। ਟੈਕਸਿਸ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਟੈਕਸ ਇੱਥੇ ਕਿੱਡਾ ਕੁ ਵੱਡਾ, ਟੈਕਸ ਪਲੱਸ ਕ੍ਰੈਡਿਟ ਸਕੋਰ ਕਿੱਡਾ ਮੇਜਰ ਰੋਲ ਅਦਾ ਕਰਦਾ ਹੈ ਕਿ ਇੱਕ ਜਿਹੜਾ ਇੱਥੇ ਨਾਗਰਿਕ ਹੈਗਾ ਜਾਂ ਕੈਨੇਡਾ ਵਾਸੀ ਹੈ ਜਾਂ PR ਹੈ ਜਾਂ ਸਟੂਡੈਂਟ ਹੈ ਜਾਂ ਫਿਰ ਵਰਕ ਪਰਮਿਟ ਤੇ ਹੈ, ਉਹ ਆਪਣਾ ਕ੍ਰੈਡਿਟ ਸਕੋਰ ਕਿੱਦਾਂ ਮੇਨਟੇਨ ਕਰੇ, ਤੇ ਇੱਥੇ ਜਿਹੜਾ ਹੈਗਾ ਕਿਸ ਢੰਗ ਦੇ ਨਾਲ ਆਪਣੇ ਆਪ ਦਾ ਜਿਹੜਾ ਹੈਗਾ ਕ੍ਰੈਡਿਟ ਸਕੋਰ ਵਧੀਆ ਕਰਕੇ ਟੈਕਸ, ਕਿਉਂਕਿ ਲੋਕ ਇੱਥੇ ਡਰਦੇ ਨੇ, ਲੋਕੀ ਕਹਿੰਦੇ ਨੇ ਵੀ ਇੱਥੇ ਟੈਕਸ ਬੜਾ ਪੇ ਕਰਨਾ ਪੈਂਦਾ ਜੀ, ਟੈਕਸ ਬੜਾ ਪੇ ਕਰਨਾ ਪੈਂਦਾ ਹੈਗਾ, ਤੇ ਉਸ ਦੇ ਉੱਤੇ ਮੈਂ ਟਿੱਪਣੀ ਚਾਹੁੰਦਾ ਵੀ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ जी? टैक्स और क्रेडिट स्कोर बहुत ही इंपॉर्टेंट चीज़ है जी। आप क्रेडिट स्कोर अगर आपकी खराब हो जाती है तो बहुत ही प्रॉब्लम होती है उसको रिकवर करने में जी। क्योंकि क्रेडिट स्कोर से ही सारी लेंडिंग जुड़ी हुई है, फाइनेंसिंग जुड़ी हुई है, आपकी घर की मॉर्गेज जुड़ी हुई है। आप जब घर लेने जाते हो तो आपका स्कोर खराब है, तो अगर आपका स्कोर खराब है तो फिर कभी आपको डाउन पेमेंट ज्यादा करना पड़े या आपको इंटरेस्ट पेमेंट ज्यादा करनी पड़े, आपका लॉस है। अगर आप स्टार्टिंग से ये इंश्योर करें कि कोई भी पेमेंट मिस ना करे, आपके पास अगर पेमेंट कम है तो मिनिमम पेमेंट, अगर आप मिनिमम पेमेंट करते हो तो आपको कभी भी वो कलेक्शंस नहीं जाएगी, पेमेंट फेल नहीं होगी, स्कोर ड्रॉप नहीं होगा। और दूसरी इंपॉर्टेंट चीज क्रेडिट स्कोर में ये है कि आप अपना क्रेडिट को मैक्सिमम यूटिलाइज करके हमेशा ना रखें। इसकी एग्जांपल एक यही है कि अगर आपके पास 10,000 का क्रेडिट कार्ड है तो इसका ये मतलब नहीं आप 9,500 यूज करके रखेंगे इसमें, उससे आपका स्कोर भी कम होता है। बहुत लोगों को ये चीज नहीं पता है, वो लोगों को लगता है मिनिमम पेमेंट कर रहे तो हमारा स्कोर तो कोई प्रॉब्लम नहीं होगा। अगर आपकी डेट यूटिलाइजेशन मैक्सिमम है तो भी आपका स्कोर ड्रॉप होगा। तो आपको यूटिलाइजेशन मैक्सिमम नहीं रखनी है, जितनी मिनिमम हो सके रखे, 50% एंड बिलो रखे, इट्स गुड। 50% से ऊपर है तो जितनी जल्दी हो सके कोशिश करें उनको पे ऑफ कर दे, ताकि अगर वो ज्यादा रहेगी तो आपके स्कोर को वो नीचे लाता रहेगा। एंड टैक्सेस की बात करें तो जी हम समझते हैं कि टैक्सेस ज्यादा है यहाँ पर पे करने को, बट हर एक ब्रैकेट की टैक्सेस है। अगर आपकी इनकम एक सर्टेन अमाउंट 45-47,000 तक है तो आप फर्स्ट ब्रैकेट में आते हो, आप उससे ज्यादा है तो आप सेकंड ब्रैकेट में जाते हो, और सिमिलरली थर्ड एंड फोर्थ पे जाते हो। बड़ा सिस्टम बनाया हुआ है गवर्नमेंट ने, विच इज कि अगर आप ज्यादा अर्न कर रहे हो तो आप ज्यादा पे कर रहे हो। अब आपकी इनकम अगर 200,000 है तो हाँ जी 40% आप पे कर रहे हो, बट फिर 40% पे करने के बाद भी आपके पास पैसे तो बच रहे, राइट? 120 बच रहा है अगर 200,000, विच इज फेयर इनफ। इसको बड़ा ही सिस्टम से डिवाइड किया गया कि जिसकी ज्यादा इनकम है वो ज्यादा टैक्सेस पे करेगा, और जो एम्प्लॉयड नहीं है और सेल्फ एम्प्लॉयड है वो इनकॉर्पोरेशन करे। तो जो इनकॉर्पोरेट करेंगे उसमें वो टैक्स प्लानिंग कर सकते हैं। अब वो टैक्स प्लानिंग करेंगे तो उनमें उनकी टैक्सेस कम कटती। जैसे फेडरली अल्बर्टा में अगर कोई है और इनकॉर्पोरेशन करा के है तो उनकी टैक्सेस टोटल में 12% है। अगर आपकी इनकम 200,000 भी है तो भी 12% टैक्सेस पे करोगे आपकी कंपनी। तो ये इंपॉर्टेंट चीज है। फिर वो प्लानिंग की बात है कि आप किस तरीके से प्लान करोगे और कितनी इनकम आपकी रिक्वायरमेंट है, कितने खर्चे हैं, व्हाट इज ਇਹ ਸਾਰੀ ਪਲੈਨਿੰਗਸ ਦੋਸਤੋ ਤੁਹਾਨੂੰ ਇੱਕ ਅਕਾਊਂਟੈਂਟ, ਤੁਹਾਨੂੰ ਇੱਕ ਵਧੀਆ ਅਕਾਊਂਟੈਂਟ, ਇੱਕ ਐਕਸਪਰਟ ਅਕਾਊਂਟੈਂਟ ਹੀ ਤੁਹਾਨੂੰ ਗਾਈਡ ਕਰ ਸਕਦਾ। ਇਸ ਕਰਕੇ ਸਾਡੇ ਵੱਲੋਂ ਅਸੀਂ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਲਵੀ ਜੀ ਤੋਂ ਜਿਹੜੀ ਹੈਗੀ ਸਰਵਿਸਿਜ਼ ਲੈ ਸਕਦੇ ਹੋ, ਇਹਨਾਂ ਨੂੰ ਆ ਕੇ ਮਿਲ ਸਕਦੇ ਹੋ, ਤਾਂ ਕਿ ਤੁਹਾਨੂੰ ਹੈਗੀ ਹੈ ਜਿਹੜੀ ਅਕਾਊਂਟਿੰਗ ਦੇ ਰਿਲੇਟਡ ਤੁਸੀਂ ਕੋਈ ਆਪਣਾ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਬਿਜ਼ਨਸ ਚਲਾਉਣਾ ਚਾਹੁੰਦੇ ਹੋ ਜਾਂ ਫਿਰ ਚਲਾ ਰਹੇ ਹੋ, ਜਾਂ ਫਿਰ ਤੁਸੀਂ ਆਪਣੀ ਪਰਸਨਲ ਟੈਕਸ ਰਿਟਰਨ ਭਰਨਾ ਚਾਹੁੰਦੇ ਹੋ, ਟੈਕਸ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਹੈਗੀ ਹੈ, ਜ਼ਰੂਰ ਤੁਸੀਂ ਲਵੀ ਜੀ ਦੇ ਨਾਲ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ। ਕੋਈ ਟਿਪਸ ਦੇ ਤੌਰ ਤੇ, ਮੈਸੇਜ ਦੇ ਤੌਰ ਤੇ ਲਵੀ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? जी इम्पॉर्टेंट है कि आप अपना टैक्स फाइल करें एवरी ईयर, उसको डिले नहीं करें, उसकी इम्पोर्टेंट बहुत है, उसकी इम्पोर्टेंस बिल्कुल रखें, करेक्ट फाइल करें, मेक श्योर करें कि चीज़ें आपके पास अवेलेबल हो और राइट एडवाइस हो फाइल करने के लिए, क्योंकि ये इम्पोर्टेंट है कि जो लाइबिलिटी होती है टैक्स फाइलिंग की वो प्रिपेयर से ज़्यादा इंडिविजुअल की होती है। तो लाइबिलिटी वो इंडिविजुअल की है, तो ये इंश्योर करें कि जो फाइल हो रहा है, जो आपका प्रिपेयर है वो आपको सही तरीके से हेल्प कर रहा है, और ये इंसिस्ट करें कि जो भी डॉक्यूमेंट्स है उसकी कॉपी अपने पास रखें, बिकॉज कभी भी रिक्वायरमेंट पड़ सकती है आपको आपके डॉक्यूमेंट्स के लिए, तो आपके पास बैकअप होना चाहिए। चाहे वो स्टूडेंट्स हो, मेनली इमिग्रेशन पे हो, उनके लिए भी टैक्सेस बहुत इंपॉर्टेंट है, बिकॉज इमिग्रेशन के लिए भी रिक्वायरमेंट होती है कि अपने टैक्स फाइलिंग दो, PR होती है तो भी टैक्स फाइलिंग दो, सिटीजनशिप में भी कभी कभी रिक्वायरमेंट होती है अपने टैक्सेस प्रोड्यूस करो। सिमिलरली आप टैक्स टाइम पर फाइल करें, लेट करेंगे तो पेनल्टीज पे करेंगे। इतनी मेहनत करते हैं हम, इतना टाइम उस पर डालते हैं, पेनल्टीज और इंटरेस्ट पे करने के लिए तो नहीं डालते, राइट? वो लॉस ऑफ मनी है, उसको सेव करें। एंड
कोई भी रिक्वायरमेंट हो टैक्सेस के लिए तो बेझिझक हमें कॉल करें। ਬਿਲਕੁਲ ਬਹੁਤ ਬਹੁਤ ਥੈਂਕਸ ਤੁਹਾਡਾ ਲਵੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਦੋਸਤੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਸ਼ੋਜ਼ ਨੂੰ ਲਗਾਤਾਰ YouTube ਚੈਨਲ Facebook ਪੇਜ ਤੇ ਤੁਸੀਂ ਦੇਖ ਸਕਦੇ ਹੋ। ਵੱਖਰੇ ਵੱਖਰੇ ਸਾਡੇ ਜਿਹੜੇ ਹੈਗੇ ਨੇ ਅਲੱਗ-ਅਲੱਗ ਟੌਪਿਕ ਦੇ ਉੱਤੇ ਸਾਡੀ ਗੱਲਬਾਤ ਹੁੰਦੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਨੂੰ ਕੋਈ ਕੁਐਰੀ ਹੈਗੀ ਹੈ, ਕਿਸੇ ਵੀ ਤਰ੍ਹਾਂ ਦਾ ਅਲਬਰਟਾ ਐਡਮਿੰਟਨ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ, ਸੇਲ ਕਰਨਾ ਚਾਹੁੰਦੇ ਹੋ, ਰੀਅਲ ਏਸਟੇਟ ਗੁਰੂ ਸਾਡਾ ਸ਼ੋਅ ਹੈਗਾ। ਇਸ ਤੋਂ ਇਲਾਵਾ ਤੁਸੀਂ ਸਾਡੇ ਜਿਹੜੇ ਹਨੀ ਵਾਲੇ ਸ਼ੋਜ਼ ਨੂੰ YouTube ਚੈਨਲ ਤੇ ਸਬਸਕ੍ਰਾਈਬ ਕਰਕੇ ਆਪਣਾ ਜਿਹੜਾ ਹੈਗਾ ਤੁਸੀਂ ਜਿਹੜਾ ਸਾਡੀ ਜਿਹੜੀ ਨੌਲੇਜ ਹੈਗੀ ਹੈ ਜਿਹੜੀ ਜਾਂ ਫਿਰ ਘਰੇ ਬੈਠੇ ਬਿਠਾਏ ਇਨਫੋਰਮੇਸ਼ਨ ਹੈਗੀ ਤੁਸੀਂ ਲੈ ਸਕਦੇ ਹੋ। ਸਾਡਾ Facebook ਪੇਜ ਨੂੰ ਲਾਈਕ ਕਰ ਸਕਦੇ ਹੋ। ਇਸ ਸ਼ੋਅ ਦੇ ਵਿੱਚ ਇੰਨਾ ਹੀ ਗੱਲਬਾਤ ਕਰਦੇ ਹਾਂ। ਬਾਕੀ ਸਾਡੇ ਜਿਹੜੇ ਸ਼ੋਅਜ਼ ਨੇ ਇੰਗਲਿਸ਼, ਹਿੰਦੀ, ਪੰਜਾਬੀ ਤਿੰਨੋਂ ਲੈਂਗੁਏਜਸ ਦੇ ਵਿੱਚ ਚੱਲਦੇ ਨੇ। ਤੁਹਾਨੂੰ ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਤੁਸੀਂ ਇਹਨਾਂ ਸਾਡੇ ਸ਼ੋਅਜ਼ ਨੂੰ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।